Hello student, today we will discuss the lesson 8 cell structure and function. ਸੈੱਲ ਦੀ ਬਣਤਰ ਅਤੇ ਕਾਰਜ। ਬੱਚੋ ਤੁਸੀਂ ਕੋਈ ਸਟੋਰੀ ਬੁੱਕ ਰੀਡ ਕਰਦੇ ਹੋ ਤਾਂ ਉਹ ਸਟੋਰੀ ਕਿਹਦੇ ਨਾਲ ਮਿਲ ਕੇ ਬਣੀ ਹੁੰਦੀ ਹੈ? ਸੈਂਟੈਂਸਸ ਦੇ ਨਾਲ। ਤੇ ਸੈਂਟੈਂਸ ਕਦੋਂ ਬਣਦੇ ਨੇ? ਜਦੋਂ ਵਰਡਸ ਇਕੱਠੇ ਹੁੰਦੇ ਨੇ। ਜਿਸ ਤਰ੍ਹਾਂ ਤੁਸੀਂ ਇੱਥੇ ਇੱਕ ਐਗਜ਼ਾਮਪਲ ਦੇਖ ਰਹੇ ਹੋ, ਲਰਨਡ ਵਰਡ ਬੱਚੋ ਕਿਹਦੇ ਨਾਲ ਮਿਲ ਕੇ ਬਣਿਆ ਹੈ? ਲੈਟਰਸ ਦੇ ਨਾਲ, ਜਾਂ ਜਿਹਨੂੰ ਅਸੀਂ ਐਲਫਾਬੈਟਸ ਕਹਿ ਸਕਦੇ ਹਾਂ। ਲੈਟਰਸ ਦੇ ਨਾਲ ਮਿਲ ਕੇ ਕੀ ਬਣਦਾ ਹੈ? ਵਰਡ। ਸੋ ਸੈਂਟੈਂਸ ਦਾ ਬੇਸਿਕ ਸਟਰਕਚਰ ਕੀ ਹੋਇਆ? ਲੈਟਰ। ਐਸੇ ਤਰੀਕੇ ਦੇ ਨਾਲ ਜਿਹੜੀਆਂ ਬਿਲਡਿੰਗ ਜਾਂ ਕਿਸੇ ਰੂਮ ਦੀ ਆਪਾਂ ਐਗਜ਼ਾਮਪਲ ਲੈਂਦੇ ਹਾਂ ਤਾਂ ਉਹਨੂੰ ਬਣਾਉਣ ਦੀ ਕਿਹਦੀ ਲੋੜ ਪੈਂਦੀ ਹੈ? ਬ੍ਰਿਕਸ ਦੀ ਪੈਂਦੀ ਹੈ। ਸੋ ਬ੍ਰਿਕਸ ਹੋਣਗੀਆਂ ਤਾਂ ਬਿਲਡਿੰਗ ਜਿਹੜੀ ਹੈ ਉਹ ਬਣੇਗੀ। ਐਸੇ ਤਰੀਕੇ ਦੇ ਨਾਲ ਬੱਚੋ ਜਿੰਨੇ ਵੀ ਸਾਡੇ ਲਿਵਿੰਗ ਆਰਗੇਨਿਜ਼ਮ ਨੇ ਉਹ ਕਿਹਦੇ ਨਾਲ ਮਿਲ ਕੇ ਬਣਦੇ ਨੇ? ਸੈੱਲ ਦੇ ਨਾਲ। ਸੋ ਅਸੀਂ ਕਹਿ ਸਕਦੇ ਹਾਂ ਸੈੱਲ ਇਜ਼ ਦਾ ਬੇਸਿਕ ਸਟਰਕਚਰਲ ਯੂਨਿਟ ਆਫ ਐਨ ਆਰਗਨ ਵਿਚ ਇਜ਼ ਦਾ ਸੈੱਲ। ਬੱਚੋ ਸੈੱਲ ਦੀ ਖੋਜ ਕਿਸ ਤਰ੍ਹਾਂ ਹੋਈ, ਉਹਦੀ ਕਿਸ ਤਰ੍ਹਾਂ ਡਿਸਕਵਰੀ ਹੋਈ? ਸਭ ਤੋਂ ਪਹਿਲਾਂ ਇੱਕ ਸਾਇੰਟਿਸਟ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਰੋਬਰਟ ਹੁਕ ਇਨ 1665। ਇਹ ਬੱਚੋ 1 ਮਾਰਕ ਦਾ ਕੁਐਸਚਨ ਵੀ ਆ ਜਾਂਦਾ ਹੈ ਕਿ ਹੂ ਡਿਸਕਵਰਡ ਦਾ ਸੈੱਲ। ਤਾਂ ਇਹਨਾਂ ਦਾ ਆਨਸਰ ਹੈ ਰੋਬਰਟ ਹੁਕ ਇਨ 1665। ਉਹਨਾਂ ਨੇ ਇੱਕ ਕਿਸੇ ਟਰੀ ਦੀ ਛਾਲ ਜਾਂ ਜਿਹਨੂੰ ਆਪਾਂ ਬਾਹ ਕਹਿੰਦੇ ਆ ਉਹਦਾ ਇੱਕ ਪਾਰਟ ਲੈ ਕੇ ਉਹਨੂੰ ਅੰਡਰ ਮਾਈਕਰੋਸਕੋਪ ਦੇ ਵਿੱਚ ਦੇਖਿਆ ਤਾਂ ਉਹਨਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਦੇ ਇਹ ਛੋਟੇ ਛੋਟੇ ਤੁਸੀਂ ਕੰਪਾਰਟਮੈਂਟਸ ਦੇਖ ਰਹੇ ਹੋ। ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਸ਼ਹਿਦ ਦੀ ਮੱਖੀ ਦਾ ਛੱਤਾ ਅਗਰ ਦੇਖੀਏ, ਹਨੀਕੋਮ ਦੇਖੀਏ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਛੋਟੇ ਛੋਟੇ ਕੰਪਾਰਟਮੈਂਟਸ ਬਣੇ ਹੁੰਦੇ ਨੇ। ਉਹਨਾਂ ਨੇ ਸਾਇੰਟਿਸਟ ਨੇ ਨਾਮ ਦਿੱਤਾ ਇਹਨੂੰ ਸੈੱਲ। ਹਰੇਕ ਜਿਹੜਾ ਬਾਕਸ ਹੈ ਉਹਨੂੰ ਉਹਦਾ ਨਾਮ ਦਿੱਤਾ ਸੈੱਲ। ਜਦੋਂ ਉਹਨਾਂ ਨੇ ਇਸ ਦੀ ਡਿਸਕਵਰੀ ਕੀਤੀ ਤਾਂ ਉਦੋਂ ਇਹ ਡੈਡ ਸੈੱਲ ਸੀਗੇ, ਲਿਵਿੰਗ ਨਹੀਂ ਸੀਗੇ। ਕਾਫੀ ਸਾਲਾਂ ਦੇ ਬਾਅਦ ਜਿਹੜੀ ਇਹਦੀ ਮਾਈਕਰੋਸਕੋਪ ਦੇ ਅੰਦਰ ਜਿਹੜੇ ਹੋਰ ਵਧੀਆ ਮਾਈਕਰੋਸਕੋਪ ਬਣ ਗਏ, ਉਸ ਤੋਂ ਬਾਅਦ ਇਹਨਾਂ ਦੀ ਸੈੱਲ ਦੇ ਸਟਰਕਚਰ ਔਰ ਉਹਦੇ ਫੰਕਸ਼ਨ ਦੇ ਬਾਰੇ ਜਾਣਕਾਰੀ ਮਿਲੀ। ਸੋ ਸੈੱਲ ਜਿਹੜਾ ਹੈ ਉਹ ਬੇਸਿਕ ਸਟਰਕਚਰਲ ਯੂਨਿਟ ਹੈ ਲਿਵਿੰਗ ਆਰਗੇਨਿਜ਼ਮ ਦਾ। ਬੱਚੋ ਇਸ ਸਾਰੇ ਸੰਸਾਰ ਦੇ ਵਿੱਚ ਜਿੰਨੇ ਵੀ ਆਰਗੇਨਿਜ਼ਮ ਨੇ ਇਹ ਸਾਰੇ ਇੱਕ ਦੂਜੇ ਤੋਂ ਡਿਫਰੈਂਟ ਨੇ, ਪਰ ਸਾਰੇ ਕਿਹਦੇ ਨਾਲ ਮਿਲ ਕੇ ਬਣੇ ਨੇ? ਸੈੱਲ ਦੇ ਨਾਲ। ਨੈਕਸਟ ਹੈ ਆਰਗੇਨਿਜ਼ਮ ਸ਼ੋ ਵੈਰਾਈਟੀ ਇਨ ਅ ਸੈੱਲ ਨੰਬਰ, ਸ਼ੇਪ ਐਂਡ ਸਾਈਜ਼। ਬੱਚੋ ਸਾਇੰਟਿਸਟ ਨੇ ਕਿਸ ਤਰ੍ਹਾਂ ਅਬਜ਼ਰਵ ਕੀਤਾ ਕਿ ਇਹਨਾਂ ਦੇ ਕਿਹੜੇ ਕਿਹੜੇ ਡਿਫਰੈਂਟ ਪਾਰਟਸ ਹੈ। ਉਹਨਾਂ ਨੇ ਮਾਈਕਰੋਸਕੋਪ ਦੇ ਅੰਡਰ ਸੈੱਲ ਦੀ ਜਿਹੜੀ ਹੈ ਦੇਖਿਆ ਔਰ ਡਿਫਰੈਂਟ ਸਟੇਨਸ, ਡਾਈਜ਼ ਲੈ ਕੇ, ਰੰਗ ਲੈ ਕੇ ਉਹਨਾਂ ਤੇ ਪਾਇਆ ਤਾਂ ਕਿ ਉਹਨਾਂ ਦਾ ਹਰ ਇੱਕ ਦਾ ਡਿਫਰੈਂਟ ਜਿਹੜਾ ਪਾਰਟ ਹੈ ਉਹ ਨਜ਼ਰ ਆ ਜਾਏ ਤੇ ਉਹਨਾਂ ਦੇ ਬਾਰੇ ਉਹਨਾਂ ਨੇ ਜਾਣਕਾਰੀ ਪ੍ਰਾਪਤ ਕੀਤੀ ਔਰ ਦਿੱਤੀ। ਜਿਹੜੇ ਬਹੁਤ ਸਾਰੇ ਲਿਵਿੰਗ ਆਰਗੇਨਿਜ਼ਮ ਨੇ ਇਹਨਾਂ ਦੀਆਂ ਡਿਫਰੈਂਟ ਸਾਈਜ਼ ਹੈ ਔਰ ਡਿਫਰੈਂਟ ਸ਼ੇਪਸ ਹੈ। ਨੰਬਰ ਆਫ ਸੈਲਸ, ਜਿਸ ਤਰ੍ਹਾਂ ਲੰਬੇ ਟਰੀ ਜਾਂ ਕੋਈ ਵੱਡੇ ਐਨੀਮਲਸ ਹੈ ਬੱਚੋ, ਇਹ ਬਹੁਤ ਬਿਲੀਅਨ ਐਂਡ ਟ੍ਰਿਲੀਅਨ, ਅਰਬਾਂ ਔਰ ਖਰਬਾਂ ਸੈੱਲਾਂ ਦੇ ਨਾਲ ਮਿਲ ਕੇ ਬਣੇ ਹੋਏ ਹੈ। ਸਾਡੀ ਹਿਊਮਨ ਬੋਡੀ ਵੀ ਹੈ, ਇਹਦੇ ਵਿੱਚ ਵੀ ਬਹੁਤ ਸਾਰੇ ਸੈਲਸ ਨੇ ਜਿਨ੍ਹਾਂ ਦੀਆਂ ਸ਼ੇਪਸ ਅਲੱਗ-ਅਲੱਗ ਨੇ ਔਰ ਬਹੁਤ ਹੀ ਜ਼ਿਆਦਾ ਸੈੱਲਾਂ ਦੇ ਨਾਲ ਮਿਲ ਕੇ ਬਣੇ ਹੋਏ ਨੇ। ਬੱਚੋ ਜਦੋਂ ਵੀ ਕੋਈ ਆਰਗੇਨਿਜ਼ਮ ਇੱਕ ਜਾਂ ਇੱਕ ਤੋਂ ਜ਼ਿਆਦਾ ਸੈੱਲਾਂ ਦੇ ਨਾਲ ਮਿਲ ਕੇ ਬਣਿਆ ਹੁੰਦਾ ਤਾਂ ਅਸੀਂ ਉਹਨੂੰ ਕਹਿੰਦੇ ਹਾਂ ਮਲਟੀ ਸੈਲੂਲਰ। ਮਲਟੀ ਮਤਲਬ ਮੈਨੀ, ਸੈਲੂਲਰ ਮਤਲਬ ਸੈੱਲ, ਬਹੁਤ ਸਾਰੇ ਸੈੱਲਾਂ ਦਾ ਮਿਲ ਕੇ ਬਣਿਆ ਹੁੰਦਾ ਤਾਂ ਅਸੀਂ ਉਹਨੂੰ ਮਲਟੀ ਸੈਲੂਲਰ ਕਹਿੰਦੇ ਹਾਂ। ਅਗਰ ਉਹ ਇੱਕ ਸੈੱਲ ਦੇ ਨਾਲ ਮਿਲ ਕੇ ਬਣਿਆ ਹੈ ਤਾਂ ਅਸੀਂ ਉਹਨੂੰ ਕਹਿੰਦੇ ਹਾਂ ਯੂਨੀਸੈਲੂਲਰ। ਜਿਸ ਤਰ੍ਹਾਂ ਬੱਚੇ ਦੀ ਇੱਕ ਐਗਜ਼ਾਮਪਲ ਹੈ ਅਮੀਬਾ ਔਰ ਪੈਰਾਮੀਸ਼ੀਅਮ। ਇਹ ਤੁਸੀਂ ਇੱਕ ਪੌਂਡ ਵਾਟਰ ਅਗਰ ਲਈਏ ਤਾਂ ਉਹਦੀ ਸਲਾਈਡ ਦੇ ਉੱਪਰ ਇੱਕ ਡ੍ਰੌਪ ਪਾਈਏ ਤਾਂ ਅਸੀਂ ਅੰਡਰ ਮਾਈਕਰੋਸਕੋਪ ਇਹਨਾਂ ਦੀ ਇਹ ਸ਼ੇਪ ਦੇ ਸਕਦੇ ਹਾਂ, ਅਮੀਬਾ ਔਰ ਪੈਰਾਮੀਸ਼ੀਅਮ। ਅ ਸਿੰਗਲ ਸੈਲ ਆਰਗੇਨਿਜ਼ਮ, ਅਮੀਬਾ ਬੱਚੋ ਜਿਹੜਾ ਹੈ ਸਿੰਗਲ ਸੈਲ ਆਰਗੇਨਿਜ਼ਮ ਹੈ ਔਰ ਇਹ ਸਾਰੇ ਉਹ ਕੰਮ ਕਰਦਾ ਹੈ ਜਿਹੜਾ ਕਿ ਇੱਕ ਮਲਟੀ ਸੈਲੂਲਰ ਆਰਗੇਨਿਜ਼ਮ ਕਰਦਾ ਹੈ। ਸਿੰਗਲ ਸੈਲ ਆਰਗੇਨਿਜ਼ਮ ਜਿਸ ਤਰ੍ਹਾਂ ਕਿ ਅਮੀਬਾ, ਇਹ ਆਪਣਾ ਖਾਣਾ ਆਪ पकड़ता है, डाइजेस्ट फूड करता है,
रिस्पायर करता है, साह क्रिया करता है, मल निकास क्रिया, ग्रो एंड रिप्रोड्यूस भी करता है। इको सिंगल सैल जेड़ा कि बाकी मल्टी सैलुलर मिलके काम करते हैं वो इको ही सिंगल सैलुलर करता है। शेप्स ऑफ सैल्स बच्चों, शेप्स जिहड़ियां ने सैल दियां ये भी डिफरेंट ने। एग्जाम्पल आप अमीबा की लै रहे हैं, अमीबा की गल करिए तो अमीबा की कोई डेफिनेट शेप नहीं होंगी, ये अपनी शेप जिहड़ी है लगातार बदलता रहता है। ਇਹਦੇ पैर ਹੁੰਦੇ ने जिन्हों आप सीडोपोडिया कहते हैं, झूठे पैर, सीडो मतलब फॉल्स, पोडिया मतलब फीट, झूठे पैर जिन्हां दे नाल अपना खाना मूवमेंट भी करता है और भोजन भी कैप्चर करता है। उस करके इसकी जिहड़ी शेप है वो लगातार बदलती रहती है। वाइट ब्लड सैल ह्यूमन बॉडी दे विच वाइट ब्लड सैल भी सिंगल सैल ही ने जिहड़ा कि अपनी शेप जिहड़े है बदलते रहते हैं। पर WBC जिन्हों असीं वाइट ब्लड सैल कहने आ वो एक सैल है, लेकिन अमीबा जिहड़ा फुल फ्लैश्ड जिहड़ा ऑर्गेनिज्म है। ह्यूमन सैल शेप्स बेटे राउंड है, स्फेरिकल है, लॉन्गिनेटेड है और कुछ लंबे और पॉइंटेड हुंदे ने दोनों तरफ ते। ये तुसीं रेड देख रहे हो, ये हैगे रेड ब्लड सैल, ये स्फेरिकल शेप दे विच ने, और ये देख रहे हो इसका नाम है नर्व सैल और ये ब्रांच शेप लॉन्ग एंड ब्रांच शेप है। और जिहड़े तुसीं शेप देख रहे हो ये ने मसल सैल, इसे इनू कहांगे स्पिंडल शेप। नर्व सैल का की काम है बच्चों, ये की करता है, ये कंट्रोल और कोआर्डिनेट करता है डिफरेंट पार्ट्स ऑफ बॉडी का, क्योंकि ये मैसेज जिहड़ा प्रोवाइड करता है ब्रेन नू, इस करके ये कंट्रोल करने का काम करता है। अगला क्वेश्चन है बनता है कि केड़ा पार्ट सैल का शेप देता है। Components of the cell are enclosed in a membrane and this membrane provides shape to the cell of plant and animal. Cell wall है a additional covering है cell membrane दी, cell membrane दे बाद cell wall है, plant cells हुंदी है और ये शेप दिंदी है और रिजिडिटी दिंदी है। बच्चों इत्थे क्वेश्चन है कि केड़ा पार्ट सैल दा जिहड़ा उहनूं शेप दिंदा है। जिहड़े कंपोनेंट्स सैल दे ने, जिन्ने भी कंपोनेंट सैल ने वो किहदे अंदर इंक्लूड हुंदे ने, मैमब्रेन दे, और ये मैमब्रेन की प्रोवाइड करती है सैल्स नूं शेप दिंदी है। सैल वॉल जिहड़ी कि सिर्फ प्लांट्स दे विच ही हुंदी है, वो की प्रोवाइड करती है, शेप और रिजिडिटी प्रोवाइड करती है। बैक्टीरिया सैल दे विच कोई सैल वॉल नहीं होती। साइज ऑफ सैल इत्थे गल करिए साइज ऑफ सैल दी कि साइज ऑफ जिहड़ा सैल है लिविंग ऑर्गेनिज्म दा एक छोटा है, मिलियंथ ऑफ ए मीटर, बहुत छोटा है। और छोटे सैल दी जिहड़ी लंबाई है साइज है वो है 0.1 तो लैके 0.5 माइक्रोमीटर, एक बैक्टीरिया का साइज है। और सब तो बड़ा जिहड़ा सैल है वो है ऑस्ट्रिच, शतरमुर्ग दे अंडे का साइज, जिहदा नाम है जिहदा साइज है 170 mm बाय 130 mm। आम एक एग दे बारे गल कीती तां एग जिहड़ा असीं अपने नंगी अख दे नाल देख सकदे हां। एक एक्टिविटी आ गई रिगार्डिंग हैंस दे एग दी। तां बच्चों जे एग नूं तोड़िए तो ਉਹਦੇ ਵਿੱਚੋਂ ਇੱਕ ਤੁਹਾਨੂੰ ਵਾਈਟ ਪਾਰਟ ਔਰ ਇੱਕ ਯੈਲੋ ਪਾਰਟ ਨਜ਼ਰ ਆਉਂਦਾ ਹੈ। ਯੈਲੋ ਪਾਰਟ ਨੂੰ ਆਪਾਂ ਬੇਟੇ ਕਹਿੰਦੇ ਆ ਯੋਕ ਔਰ ਵਾਈਟ ਪਾਰਟ ਨੂੰ ਕਹਿੰਦੇ ਆ ਐਲਬੂਮਿਨ। ਇਹ ਸਿੰਗਲ ਸੈਲ ਹੀ ਹੈ। ਨੈਕਸਟ ਹੈ ਔਰ ਦਾ ਸੈਲ ਇਨ ਐਨ ਐਲੀਫੈਂਟ ਲਾਰਜਰ ਦੈਨ ਏ ਸੈਲ ਇਨ ਏ ਰੈਟ, ਕਿ ਜਿਹੜੇ ਵੱਡੇ ਐਨੀਮਲਸ ਨੇ ਜਿਸ ਤਰ੍ਹਾਂ ਕਿ ਐਲੀਫੈਂਟ ਉਹਦੇ 'ਚ ਵੱਡੇ ਹੋਣਗੇ ਤੇ ਰੈਟ ਵਿੱਚ छोटे होंगे। जे रैट छोटा है तो बच्चों इत्थे ये चीज़ जरूरी नहीं है कि अगर एलीफेंट बड़ा तो उहदे सैल भी बड़े होंगे। एलीफेंट और रैट दे विच जिहड़े नर्व सैल ने दोनों दे विच ये लंबे भी हुंदे ने, ब्रांच भी हुंदे ने, ते वो सेम ही फंक्शन करता है। की काम करता है नर्व सैल, वो मैसेज ट्रांसफर करता है। नैक्सट आ गया बच्चों सैल स्ट्रक्चर एंड फंक्शन, सैल की बनतर अते उहदे कार्य। बच्चों
ਦੱਸਿਆ ਕਿ ਬੇਸਿਕ ਸਟਰਕਚਰ ਕੀ ਹੈ ਸੈੱਲ। ਜਦੋਂ ਸੈੱਲ ਇਕੱਠੇ ਹੋ ਜਾਂਦੇ ਨੇ, ਬਹੁਤ ਸਾਰੇ ਗਰੁੱਪ ਆਫ ਸੈੱਲ ਹੋ ਜਾਂਦੇ ਆ, ਤਾਂ ਉਹ ਮਿਲ ਕੇ ਕੀ ਬਣ ਜਾਂਦੇ ਨੇ ਟਿਸ਼ੂ। ਜਦੋਂ ਬਹੁਤ ਸਾਰੇ ਟਿਸ਼ੂ ਇਕੱਠੇ ਹੋ ਜਾਂਦੇ ਨੇ ਤਾਂ ਉਹ ਕੀ ਬਣਾ ਦਿੰਦੇ ਨੇ ਆਰਗਨ, ਤੇ ਹਰ ਆਰਗਨ ਦਾ ਜਿਹੜਾ ਆਪਣਾ ਆਪਣਾ ਅਲੱਗ ਫੰਕਸ਼ਨ ਹੈ। ਹੁਣ ਅਸੀਂ ਪੜਾਂਗੇ ਪਾਰਟਸ ਆਫ ਸੈੱਲ। ਉਹਦੇ ਵਿੱਚ ਆ ਗਿਆ ਫਰਸਟ ਹੈ ਸੈੱਲ ਮੈਂਬਰੇਨ। ਬੇਸਿਕ ਕੰਪੋਨੈਂਟ ਸੈੱਲ ਦੇ ਕਿਹੜੇ ਨੇ? ਨੰਬਰ 1 ਸੈੱਲ ਮੈਂਬਰੇਨ, ਨੰਬਰ 2 ਸਾਈਟੋਪਲਾਜ਼ਮ ਐਂਡ ਨਿਊਕਲੀਅਸ। ਸਾਈਟੋਪਲਾਜ਼ਮ ਤੇ ਨਿਊਕਲੀਅਸ ਕਿਹਦੇ ਅੰਦਰ ਹੁੰਦੇ ਨੇ? ਸੈੱਲ ਪੀਤੀ ਦੇ ਵਿੱਚ, ਜਿਹਨੂੰ ਆਪਾਂ ਸੈੱਲ ਮੈਂਬਰੇਨ ਕਹਿੰਦੇ ਆ, ਔਰ ਇਸ ਨੂੰ ਹੋਰ ਕੀ ਕਹਿੰਦੇ ਆ? ਅਸੀਂ ਇਹਨੂੰ ਪਲਾਜ਼ਮਾ ਮੈਂਬਰੇਨ ਵੀ ਕਹਿੰਦੇ ਹਾਂ। ਇਹ ਜਿਹੜੀ ਮੈਂਬਰੇਨ ਹੈ ਇੱਕ ਸੈੱਲ ਤੋਂ ਦੂਜੇ ਸੈੱਲ ਤੱਕ ਅਲੱਗ ਹੋਈ ਹੁੰਦੀ ਹੈ, ਔਰ ਇਹ ਜਿਹੜਾ ਪਲਾਜ਼ਮਾ ਮੈਂਬਰੇਨ ਹੈ ਇਜ਼ ਅ ਪੋਰਸ ਐਂਡ ਅਲੋਜ਼ substance or materials both inward and outward। porous ਦਾ ਮਤਲਬ ਬੱਚਿਓ ਮੁਸਾਮਦਾਰ, ਜਿਹਦੇ ਵਿੱਚ ਕੁਝ ਅਦਲਾ ਬਦਲੀ ਜਿਹੜੀ ਹੈ ਮਟੀਰੀਅਲ ਦੀ ਹੋ ਸਕਦੀ ਹੈ। ਨੈਕਸਟ ਪਾਰਟ ਹੈ ਬੱਚਿਓ ਸਾਈਟੋਪਲਾਜ਼ਮ। ਇਹ ਤੁਸੀਂ ਹਿਊਮਨ ਚੀਕ ਸੈੱਲ ਦੇ ਵਿੱਚ ਨਜ਼ਰ ਆ ਰਿਹਾ। ਸਾਈਟੋਪਲਾਜ਼ਮ ਇਹ ਜਿਹੜਾ ਜੈਲੀ ਲਾਈਕ ਸਬਸਟੈਂਸ ਹੁੰਦਾ ਹੈ, ਇਹ ਕਿਹਦੇ ਵਿੱਚ ਹੁੰਦਾ ਹੈ? ਸੈੱਲ ਮੈਂਬਰੇਨ ਔਰ ਨਿਊਕਲੀਅਸ ਦੇ ਵਿਚਕਾਰ ਇਹ ਨਿਊਕਲੀਅਸ ਹੈ, ਔਰ ਇਹ ਸੈੱਲ ਮੈਂਬਰੇਨ ਹੈ। ਇਹਦੇ ਵਿਚਕਾਰ ਜਿਹੜਾ ਆਪਾਂ ਜੈਲੀ ਲਾਈਕ ਸਟਰਕਚਰ ਹੁੰਦਾ ਹੈ, ਸਬਸਟੈਂਸ ਹੁੰਦਾ ਹੈ, ਸਟਰਕਚਰ ਨਹੀਂ ਸੌਰੀ, ਜਿਹੜਾ ਜੈਲੀ ਲਾਈਕ ਸਬਸਟੈਂਸ ਪ੍ਰੈਜ਼ੈਂਟ ਹੁੰਦਾ ਹੈ ਉਹਨੂੰ ਆਪਾਂ ਬੱਚੋ ਕੀ ਕਹਿੰਦੇ ਆ? ਸਾਈਟੋਪਲਾਜ਼ਮ। ਸਾਈਟੋਪਲਾਜ਼ਮ ਜੈਲੀ ਲਾਈਕ ਸਬਸਟੈਂਸ ਹੈ ਔਰ ਇਹ ਸੈੱਲ ਮੈਂਬਰੇਨ ਔਰ ਨਿਊਕਲੀਅਸ ਦੇ ਵਿਚਕਾਰ ਹੁੰਦਾ ਹੈ, ਔਰ ਇਹਦੇ ਅੰਦਰ ਹੋਰ ਵੀ ਕੰਪੋਨੈਂਟਸ ਨੇ। ਇਹਦੇ ਹੋਰ ਨੇ ਮਾਈਟੋਕੌਂਡਰੀਆ, ਗੋਲਜੀ ਔਰ ਬੋਡੀਜ਼ ਔਰ ਰਾਈਬੋਸੋਮ। ਇਹਦੇ ਬਾਰੇ ਅਸੀਂ ਨੈਕਸਟ ਅਗਲੀਆਂ ਕਲਾਸਾਂ ਦੇ ਵਿੱਚ ਪੜਾਂਗੇ। ਨਿਊਕਲੀਅਸ ਦੀ ਗੱਲ ਕਰੀਏ ਤਾਂ ਨਿਊਕਲੀਅਸ ਕੀ ਹੈ? ਸਭ ਤੋਂ ਇੰਪੋਰਟੈਂਟ ਜਿਹੜਾ ਕੰਪੋਨੈਂਟ ਹੈ ਲਿਵਿੰਗ ਸੈੱਲ ਦਾ, ਉਹ ਕੀ ਹੈ? ਨਿਊਕਲੀਅਸ। ਨਿਊਕਲੀਅਸ ਕੀ ਹੁੰਦੇ ਨੇ? ਤੁਸੀਂ ਦੇਖਿਆ ਰਾਉਂਡ ਸ਼ੇਪ, ਡਾਟ ਸ਼ੇਪ ਦੇ ਵਿੱਚ ਹੁੰਦੇ ਨੇ, ਔਰ ਇਹ ਸੈਂਟਰ ਸੈੱਲ ਦੇ ਸੈਂਟਰ ਦੇ ਵਿੱਚ ਹੁੰਦੇ ਨੇ। ਅਸੀਂ ਇਸ ਨੂੰ ਕੋਈ ਕਿਸੇ ਵੀ ਸਟੇਨ ਕਰਕੇ ਅਸੀਂ ਇਹਦਾ ਆਸਾਨੀ ਦੇ ਨਾਲ ਜਿਹੜਾ ਨਿਊਕਲੀਅਸ ਦੇ ਸਕਦੇ ਹਾਂ। ਨਿਊਕਲੀਅਸ is separated from the cytoplasm by membrane, ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਨਿਊਕਲੀਅਰ ਮੈਂਬਰੇਨ ਜਾਂ ਨਿਊਕਲੀਅਰ ਝਿੱਲੀ ਵੀ ਕਿਹਾ ਜਾਂਦਾ ਹੈ, ਔਰ ਇਹ ਵੀ ਪੋਰਸ ਹੁੰਦੀ ਹੈ। ਪੋਰਸ ਦਾ ਮਤਲਬ ਮੁਸਾਮਦਾਰ, ਜਿਹਦੇ ਵਿੱਚੋਂ ਮਟੀਰੀਅਲ ਜਿਹੜਾ ਹੈ ਉਹ ਆ ਵੀ ਸਕਦਾ ਹੈ ਔਰ ਜਾ ਵੀ ਸਕਦਾ ਹੈ। ਹੋਰ ਇਹਦੇ ਅੰਦਰ ਛੋਟੇ ਛੋਟੇ ਹੋਰ ਸਫੈਰੀਕਲ ਬੋਡੀਜ਼ ਅਸੀਂ ਇਹਨਾਂ ਨੂੰ ਦੇਖਦੇ ਹਾਂ, ਜਿਨ੍ਹਾਂ ਨੂੰ ਆਪਾਂ ਨਿਊਕਲੀਅਸ ਕਹਿੰਦੇ ਹਾਂ, ਔਰ ਇਹਦੇ ਅੰਦਰ ਇੱਕ ਥ੍ਰੈਡ ਲਾਈਕ ਸਟਰਕਚਰਸ ਹੁੰਦੇ ਨੇ, ਧਾਗੇ ਵਰਗੀਆਂ ਰਚਨਾਵਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਵਿੱਚੋਂ ਆਪਾਂ ਕਹਿੰਦੇ ਹਾਂ ਕ੍ਰੋਮੋਜ਼ੋਮ। ਇਹਨਾਂ ਕ੍ਰੋਮੋਜ਼ੋਮ ਦੇ ਵਿੱਚ ਕੀ ਹੁੰਦੇ ਨੇ? ਜੀਨਸ ਕੀ ਹੁੰਦੇ ਨੇ? ਜਿਹੜੇ ਸਾਨੂੰ ਪੇਰੈਂਟਸ ਤੋਂ ਮਿਲਦੇ ਨੇ। ਜਦ ਬੱਚਿਆਂ ਨੂੰ ਪੇਰੈਂਟਸ ਤੋਂ ਜਿਹੜੇ ਜੀਨਸ ਮਿਲਦੇ ਨੇ, ਉਹ ਜਿਸ ਤਰ੍ਹਾਂ ਐਗਜ਼ਾਮਪਲ ਹੈ ਕਿ ਅਗਰ ਤੁਹਾਡੇ ਫਾਦਰ ਦੀਆਂ ਆਈਜ਼ ਬਰਾਊਨ ਹੈ ਤਾਂ ਤੁਹਾਡੀਆਂ ਅੱਖਾਂ ਵੀ ਬਰਾਊਨ ਹੈ, ਤਾਂ ਤੁਹਾਨੂੰ ਉਹ ਜੀਨਸ ਕਿੱਥੋਂ ਮਿਲੇ ਨੇ? ਆਪਣੇ ਫਾਦਰ ਤੋਂ ਮਿਲੇ ਨੇ। ਅਗਰ ਕਰਲੀ ਹੇਅਰ ਹੈ ਤਾਂ ਮਦਰ ਦੇ ਵੀ ਕਰਲੀ ਹੇਅਰ ਹੈ, ਤਾਂ ਸਾਨੂੰ ਉਹ ਜਿਹੜੇ ਹੈ ਆਪਣੇ ਪੇਰੈਂਟਸ ਤੋਂ ਮਿਲਦੇ ਹਨ। ਨਿਊਕਲੀਅਸ ਮੈਂ ਕਿ ਇਹ ਸਾਰਾ ਕੀ ਕਰਦਾ? ਕੰਟਰੋਲ ਕਰਦਾ। ਕੰਟਰੋਲ ਸੈਂਟਰ ਹੈ ਸੈੱਲ ਦਾ, ਇਹ ਸਾਰੀਆਂ ਐਕਟੀਵਿਟੀਜ਼ ਨੂੰ ਕੰਟਰੋਲ ਕਰਦਾ ਹੈ, ਔਰ ਜਿਹੜਾ ਇੰਟਾਇਰ ਕੰਟੇਨਮੈਂਟ ਹੈ ਲਿਵਿੰਗ ਸੈੱਲ ਦਾ, ਉਹਨੂੰ ਆਪਾਂ ਕੀ ਕਹਿੰਦੇ ਆ? ਪ੍ਰੋਟੋਪਲਾਜ਼ਮ। ਸੋ ਇਹਦੇ ਵਿੱਚ ਕੀ ਆ ਜਾਂਦਾ ਹੈ? ਸਾਈਟੋਪਲਾਜ਼ਮ ਤੇ ਨਿਊਕਲੀਅਸ, ਔਰ ਪ੍ਰੋਟੋਪਲਾਜ਼ਮ ਨੂੰ ਅਸੀਂ ਲਿਵਿੰਗ ਸਬਸਟੈਂਸ ਵੀ ਕਹਿੰਦੇ ਆ। ਹੁਣ ਪਹੇਲੀ ਦੇ ਮਨ ਦੇ ਵਿੱਚ ਇੱਕ ਕੁਐਸਚਨ ਹੈ ਕਿ ਜਿਹੜੇ ਵੀ ਨਿਊਕਲੀਅਸ ਹੈ ਉਹ ਪਲਾਂਟਸ, ਐਨੀਮਲ ਤੇ ਬੈਕਟੀਰੀਆ ਵਿੱਚ ਕੀ ਸੇਮ ਹੁੰਦੇ ਆ? ਨਹੀਂ ਬੱਚੋ, ਸੇਮ ਨਹੀਂ ਹੁੰਦੇ। ਨਿਊਕਲੀਅਸ ਜਿਹੜਾ ਬੈਕਟੀਰੀਅਲ ਸੈੱਲ ਦਾ, ਉਹ ਵੈਲ ਆਰਗੇਨਾਈਜ਼ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਮਲਟੀ ਸੈਲੂਲਰ ਦੇ ਵਿੱਚ ਹੁੰਦੇ ਆ। ਤੇ ਜੇ ਨਿਊਕਲੀਅਸ ਹੀ ਵੈਲ ਆਰਗੇਨਾਈਜ਼ ਨਹੀਂ ਹੈ, ਨਾ ਹੀ ਇਹਦੇ ਵਿੱਚ ਕੀ ਹੁੰਦੀ ਹੈ? ਨਿਊਕਲੀਅਰ ਮੈਂਬਰੇਨ ਹੁੰਦੀ ਹੈ। ਇਸ ਕਰਕੇ ਆਪਾਂ ਇਹਨੂੰ ਕੀ ਕਹਿੰਦੇ ਆ? ਪ੍ਰੋਕੈਰੀਓਟਿਕ ਸੈੱਲ ਕਹਿੰਦੇ ਆ। ਪ੍ਰੋਕੈਰੀਓਟਿਕ ਦਾ ਮਤਲਬ ਹੈ ਪ੍ਰਿਮਿਟਿਵ ਔਰ ਪ੍ਰਿਮਿਟਿਵ ਨਿਊਕਲੀਅਸ। ਸੋ ਬੈਕਟੀਰੀਆ ਇਹਦੀ ਐਗਜ਼ਾਮਪਲ ਹੈ ਪ੍ਰੋਕੈਰੀਓਟਿਕ ਦੀ, ਬੈਕਟੀਰੀਆ ਤੇ ਬਲੂ ਗ੍ਰੀਨ ਐਲਗੀ। ਹੋਰ ਜਿਹੜੇ ਤੁਹਾਨੂੰ ਮੈਂ ਪਲਾਂਟ ਸੈੱਲ ਔਰ ਹਿਊਮਨ ਸੈੱਲ ਦੱਸੇ, ਜਿਵੇਂ ਐਨੀਅਨ ਸੈੱਲ ਤੇ ਚੀਕ ਸੈੱਲ, ਇਹਨਾਂ ਦੇ ਵਿੱਚ ਵੈਲ ਆਰਗੇਨਾਈਜ਼ ਨਿਊਕਲੀਅਸ ਹੁੰਦਾ ਹੈ, ਔਰ ਇਹਦੇ ਵਿੱਚ ਕੀ ਹੁੰਦੀ ਹੈ? ਨਿਊਕਲੀਅਰ ਮੈਂਬਰੇਨ ਹੁੰਦੀ। ਜਿਨ੍ਹਾਂ ਦੀ ਬੱਚਿਓ ਨਿਊਕਲੀਅਸ ਔਰ ਨਿਊਕਲੀਅਰ ਮੈਂਬਰੇਨ ਹੋਵੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਯੂਕੈਰੀਓਟਿਕ ਸੈੱਲ। ਯੂ ਦਾ ਮਤਲਬ ਹੈ ਟਰੂ ਨਿਊਕਲੀਅਸ, ਨਿਊਕਲੀਅਸ ਹੋਵੇ ਹੀ ਹੋਵੇ। ਔਰ ਇਹ ਚੀਜ਼ਾਂ ਜਿਹੜੀਆਂ ਨੇ
ਪ੍ਰੋਕੈਰੀਓਟਿਕ ਸੈੱਲ ਦੇ ਵਿੱਚ ਨਹੀਂ ਹੁੰਦੀਆਂ। ਹੋਰ ਛੋਟੀਆਂ-ਛੋਟੀਆਂ ਜਿਹੜੀਆਂ ਬੋਡੀਜ਼ ਹੈ, ਕਲਰਡ ਬੋਡੀ ਸਾਈਟੋਪਲਾਜ਼ਮ ਦੇ ਵਿੱਚ ਨਜ਼ਰ ਆਉਣਗੀਆਂ ਤੁਹਾਨੂੰ। ਕੋਈ ਟ੍ਰਾਈਡੇਸੈਂਡੀਆ ਦਾ ਅਗਰ ਜੇ ਤੁਸੀਂ ਲੀਫ ਲਓ ਤਾਂ ਉਹਨਾਂ ਨੂੰ ਆਪਾਂ ਬੱਚੋ ਕੀ ਕਹਿੰਦੇ ਆ, ਪਲਾਸਟਿਡਸ ਕਹਿੰਦੇ ਆ। ਔਰ ਇਹ ਡਿਫਰੈਂਟ ਕਲਰਸ ਹੁੰਦੇ ਨੇ। ਇਹਨਾਂ ਦਾ ਜਿਹੜਾ ਗ੍ਰੀਨ ਕਲਰ ਹੈ ਉਹ ਕਿਹਦੇ ਕਾਰਨ ਹੁੰਦਾ ਹੈ, ਕਲੋਰੋਪਲਾਸਟ ਦੇ ਕਾਰਨ। ਔਰ ਇਹ ਇਸ ਕਰਕੇ ਹੀ ਪੱਤਿਆਂ ਦਾ ਜਿਹੜਾ ਰੰਗ ਹੈ ਉਹ ਹਰਾ ਹੁੰਦਾ ਹੈ। ਸੋ ਹੁਣ ਆਪਾਂ ਡਿਫਰੈਂਸ ਪੜ੍ਹ ਲੈਂਦੇ ਹਾਂ ਪਲਾਂਟ ਔਰ ਐਨੀਮਲ ਸੈੱਲ ਦੇ ਵਿੱਚ ਕੀ ਡਿਫਰੈਂਸ ਹੈ। ਸਭ ਤੋਂ ਪਹਿਲਾਂ ਤੇ ਇਹ ਹੈ ਕਿ ਇਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਕੀ ਹੁੰਦਾ, ਨਿਊਕਲੀਅਸ ਹੁੰਦਾ ਹੈ। ਤੇ ਪਲਾਂਟ ਸੈੱਲ ਦੇ ਵਿੱਚ ਕੀ ਹੁੰਦੀ ਹੈ, ਸੈੱਲ ਵਾਲ ਹੁੰਦੀ ਹੈ। ਸੈੱਲ ਮੈਮਬ੍ਰੇਨ ਦੋਨਾਂ ਦੇ ਵਿੱਚ ਹੁੰਦੀ ਹੈ ਔਰ ਸਾਈਟੋਪਲਾਜ਼ਮ ਵੀ ਦੋਨਾਂ ਦੇ ਵਿੱਚ ਹੁੰਦਾ ਹੈ। ਵੈਕਿਊਲਸ ਵੀ ਦੋਨਾਂ ਹੁੰਦਾ ਹੈ। ਇਹਨਾਂ ਦੇ ਵਿੱਚ ਥੋੜਾ ਸਾਈਜ਼ ਛੋਟਾ ਔਰ ਇਹਦੇ ਵਿੱਚ ਥੋੜਾ ਵੱਡਾ ਹੁੰਦਾ ਹੈ। ਸੋ ਫਰਸਟ ਪਾਰਟ ਹੈ ਸੈਲ ਮੈਮਬ੍ਰੇਨ। ਪਲਾਂਟ ਸੈਲ 'ਚ ਵੀ ਪ੍ਰੈਜ਼ੈਂਟ ਹੁੰਦੀ ਹੈ, ਐਨੀਮਲ ਸੈਲ 'ਚ ਵੀ ਪ੍ਰੈਜ਼ੈਂਟ ਹੁੰਦੀ ਹੈ। ਸੈਲ ਵਾਲ ਪਲਾਂਟ ਸੈਲ 'ਚ ਪ੍ਰੈਜ਼ੈਂਟ ਹੁੰਦੀ ਹੈ, ਐਨੀਮਲ ਸੈਲ 'ਚ ਐਬਸੈਂਟ ਹੁੰਦੀ ਹੈ। ਨਿਊਕਲੀਅਸ ਦੋਨਾਂ 'ਚ ਪ੍ਰੈਜ਼ੈਂਟ ਹੈ, ਦੇਖ ਰਹੇ ਹੋ। ਨਿਊਕਲੀਅਰ ਮੈਮਬ੍ਰੇਨ ਵੀ ਦੋਨਾਂ 'ਚ ਪ੍ਰੈਜ਼ੈਂਟ ਹੈ। ਸਾਈਟੋਪਲਾਜ਼ਮ ਵੀ ਦੋਨੋਂ ਸੈਲ ਦੇ ਵਿੱਚ ਪ੍ਰੈਜ਼ੈਂਟ ਹੈ। ਪਲਾਸਟਿਡਸ ਪ੍ਰੈਜ਼ੈਂਟ ਹੈ, ਲੇਕਿਨ ਐਨੀਮਲ ਸੈਲ ਦੇ ਵਿੱਚ ਐਬਸੈਂਟ ਹੁੰਦੇ ਨੇ। ਵੈਕਿਊਲ ਪ੍ਰੈਜ਼ੈਂਟ ਹੁੰਦੇ ਆ ਪਲਾਂਟ ਸੈਲ ਦੇ ਵਿੱਚ, ਲਾਰਜ ਇਨ ਸਾਈਜ਼, ਔਰ ਐਨੀਮਲ ਸੈਲ ਦੇ ਵਿੱਚ ਵੀ ਪ੍ਰੈਜ਼ੈਂਟ ਹੁੰਦੇ ਨੇ ਬਟ ਇਨ ਸਮਾਲ ਸਾਈਜ਼। ਸੋ ਇਹ ਸੀ ਬੱਚੋ ਤੁਹਾਡਾ ਚੈਪਟਰ ਸੈਲ। ਹੁਣ ਇਹਦੀ ਸਮਰੀ ਜਿਹੜੀ ਹੈ ਉਹ ਆਪਾਂ ਇੱਕ ਚਾਰਟ ਦੀ ਮਦਦ ਦੇ ਨਾਲ ਪੜਾਂਗੇ। ਹਾਂਜੀ, ਸੈੱਲ ਅਸੀਂ ਪੜਿਆ ਬੱਚੋ। ਸੈੱਲ ਕੀ ਹੈ, ਬੇਸਿਕ ਸਟਰਕਚਰ ਔਰ ਫੰਕਸ਼ਨਲ ਯੂਨਿਟ ਆਫ ਆਲ ਲਿਵਿੰਗ ਆਰਗੇਨਿਜ਼ਮ ਦਾ। ਲਿਵਿੰਗ ਆਰਗੇਨਿਜ਼ਮ ਨੂੰ ਬੱਚੋ ਆਪਾਂ ਦੋ ਪਾਰਟਸ ਡਿਵਾਈਡ ਕਰ ਸਕਦੇ ਹਾਂ, ਯੂਕੈਰੀਓਟਸ ਤੇ ਪ੍ਰੋਕੈਰੀਓਟਸ। ਯੂਕੈਰੀਓਟ ਦੇ ਵਿੱਚ ਆ ਜਾਂਦੇ ਮਲਟੀ ਆਰਗੇਨਿਜ਼ਮ, ਜਿਹਦੇ ਵਿੱਚ ਪਲਾਂਟਸ ਔਰ ਐਨੀਮਲਸ ਆ ਜਾਂਦੇ ਨੇ। ਪ੍ਰੋਕੈਰੀਓਟ ਜਿਨ੍ਹਾਂ ਦੇ ਵਿੱਚ ਯੂਨੀਸੈਲੂਲਰ ਆਰਗੇਨਿਜ਼ਮ ਆ ਜਾਂਦੇ ਨੇ, ਜਿਸ ਤਰ੍ਹਾਂ ਕਿ ਆਪਾਂ ਐਗਜ਼ਾਮਪਲ ਦੇ ਸਕਦੇ ਹਾਂ ਬੈਕਟੀਰੀਆ ਵਗੈਰਾ ਦੇ ਵਿੱਚ। ਇਹ ਸਿੰਪਲ ਸੈੱਲ ਹੁੰਦੇ ਨੇ ਔਰ ਇਹ ਜਿਹੜੇ ਥੋੜੇ ਕੰਪਲੈਕਸ ਹੁੰਦੇ ਨੇ। ਯੂਕੈਰੀਓਟਿਕ ਸੈੱਲ ਦੇ ਵਿੱਚ ਜਿਹੜਾ DNA ਹੈ ਉਹ ਨਿਊਕਲੀਅਸ ਦੇ ਅੰਦਰ ਹੁੰਦਾ ਹੈ ਤੇ ਪ੍ਰੋਕੈਰੀਓਟਿਕ ਸੈੱਲ ਦੇ ਵਿੱਚ ਇਹਦੇ ਵਿੱਚ ਜਿਹੜਾ ਫਲੂਟ ਕਰਦਾ ਰਹਿੰਦਾ ਹੈ ਔਰ ਇਹਨਾਂ ਦੇ ਵਿੱਚ ਨਿਊਕਲੀਅਸ ਹੁੰਦਾ ਹੈ, ਇਹਨਾਂ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ। ਇਹਨਾਂ ਦੀ ਐਗਜ਼ਾਮਪਲ ਦੱਸੀ ਹੈ ਟਿਪੀਕਲ ਜਿਹੜੇ ਕੋਈ ਐਨੀਮਲ ਸੈੱਲ ਔਰ ਪਲਾਂਟ ਸੈੱਲ। ਇਹਨਾਂ ਦੀ ਐਗਜ਼ਾਮਪਲ ਹੈ ਬੈਕਟੀਰੀਅਲ ਸੈੱਲ। ਇਹਨਾਂ ਦੇ ਦੱਸਿਆ ਨਿਊਕਲੀਅਸ, ਮਾਈਟੋਕਾਂਡਰੀਆ, ਸੈੱਲ ਮੈਮਬ੍ਰੇਨ, ਰਾਈਜ਼ੋਮ, ਸਾਈਟੋਪਲਾਜ਼ਮ ਇਹ ਇਹਨਾਂ ਦੇ ਵਿੱਚ ਹੁੰਦਾ ਹੈ ਔਰ ਇਹਨਾਂ 'ਚ ਸੈੱਲ ਵਾਲ ਨਹੀਂ ਹੁੰਦੀ। ਪਲਾਂਟ ਸੈੱਲ ਦੇ ਵਿੱਚ ਸੈੱਲ ਵਾਲ ਹੁੰਦੀ ਹੈ ਜਿਹੜੀ ਸੈਲੂਲੋਜ਼ ਦੀ ਬਣੀ ਹੁੰਦੀ ਹੈ ਔਰ ਇਹਨਾਂ ਦੇ ਵਿੱਚ ਲਾਰਜ ਵੈਕਿਊਲਸ ਹੁੰਦੇ ਨੇ, ਇਹਨਾਂ ਦੇ ਵਿੱਚ ਸਮਾਲ ਹੁੰਦੇ ਨੇ। ਔਰ ਅਸੀਂ ਬੱਚੋ ਪ੍ਰੋਕੈਰੀਓਟਿਕ ਜਿਹੜੇ ਕਿ ਡਿਸਕ੍ਰਾਈਬ ਕਰਦੇ ਨੇ ਆਰਗੇਨਿਜ਼ਮ ਦਾ, ਔਰ ਯੂਕੈਰੀਓਟਿਕ ਔਰ ਇਹਨਾਂ ਦੀ ਸੈੱਲ ਦੀ ਟਾਈਪ ਕਿਸ ਤਰ੍ਹਾਂ ਦੀ ਹੈ ਉਹਦੇ ਬਾਰੇ ਡਿਸਕ੍ਰਾਈਬ ਕਰਦੇ ਨੇ। ਨੈਕਸਟ ਅਸੀਂ ਪੜਿਆ ਬੱਚੋ ਸ਼ੇਪਸ ਆਫ ਹਿਊਮਨ ਸੈੱਲ, ਜਿਸ ਤਰ੍ਹਾਂ ਕਿ ਨਰਵ ਸੈੱਲ ਦੀ ਲੌਂਗ ਤੇ ਬ੍ਰਾਂਚ ਚੇਨ ਹੈ। ਇਸ ਤਰ੍ਹਾਂ ਹੀ ਸਪਿੰਡਲ ਸ਼ੇਪ ਜਿਹੜੀ ਹੈ ਮਸਲ ਸੈੱਲ ਦੀ। ਬਲੱਡ ਸੈੱਲ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ, ਸਪੈਰੀਕਲ ਸ਼ੇਪ। ਐਸੇ ਤਰੀਕੇ ਦੇ ਨਾਲ ਵਾਈਟ ਬਲੱਡ ਸੈੱਲ ਵੀ ਸਪੈਰੀਕਲ ਸ਼ੇਪ ਦੇ ਹੁੰਦੇ ਨੇ। ਐਗਜ਼ਾਮਪਲ ਪੜ੍ਹੀ ਆਪਾਂ ਪਲਾਂਟ ਸੈੱਲ ਦੀ, ਅਨੀਅਨ ਪੀਲ। ਇਸ ਤਰ੍ਹਾਂ ਦੀ ਜਿਹੜੀ ਹੈ ਸ਼ੇਪ ਜਿਹੜੀ ਹੈ ਉਹਦੀ ਪਲਾਂਟ ਸੈੱਲ ਦੀ ਹੈ। ਨੈਕਸਟ ਇੱਕ ਹੋਰ ਥੋੜਾ ਜਿਹਾ ਰਿਵਾਈਜ਼ ਕਰ ਲੈਂਦੇ ਹਾਂ ਕਿ ਸੈੱਲ ਮੈਮਬ੍ਰੇਨ ਕੀ ਹੈ। ਜਿਸ ਤਰ੍ਹਾਂ ਬੱਚੋ ਇੱਕ ਗੇਟ ਦੀ ਐਂਟਰੀ ਹੁੰਦੀ ਹੈ ਤਾਂ ਜਿਹਦੇ ਵਿੱਚ ਅਸੀਂ ਆ ਸਕਦੇ ਹਾਂ ਤੇ ਜਾ ਸਕਦੇ ਹਾਂ, ਉਹ ਸਾਨੂੰ ਕਿੱਥੇ ਮਿਲਦੀ ਹੈ, ਸੈੱਲ ਮੈਮਬ੍ਰੇਨ ਪਲਾਂਟ ਤੇ ਐਨੀਮਲ ਸੈੱਲ ਦੋਨਾਂ 'ਚ ਮਿਲਦੀ ਹੈ। ਸੈੱਲ ਵਾਲ ਜਿਹੜੀ ਕਿ ਇੱਕ ਰਿਜਿਡ, ਇੱਕ ਸਖਤ ਲੇਅਰ ਹੁੰਦੀ ਹੈ ਪਲਾਂਟ ਸੈੱਲ ਦੀ, ਆਊਟਰ ਲੇਅਰ ਸਖਤ ਹੁੰਦੀ ਹੈ, ਉਹਨੂੰ ਆਪਾਂ ਬੋਲਦੇ ਹਾਂ ਸੈੱਲ ਵਾਲ। ਔਰ ਸਾਈਟੋਪਲਾਜ਼ਮ ਜਿਹੜਾ ਕਿ ਇੱਕ ਜੈਲੀ ਲਾਈਕ ਫਲੂਇਡ ਹੁੰਦਾ ਹੈ। ਜਿਸ ਤਰ੍ਹਾਂ ਆਪਾਂ ਨੂੰ ਤੈਰਨ ਵਾਸਤੇ ਜਾਂ ਕਿਸ਼ਤੀ ਚਲਾਉਣ ਵਾਸਤੇ ਕੀ ਲੋੜ ਪੈਂਦੀ ਹੈ, ਪਾਣੀ ਦੇ ਵਿੱਚ, ਐਸੇ ਤਰੀਕੇ ਦੇ ਨਾਲ ਉਹਦੇ ਵਿੱਚ ਜੈਲੀ ਲਾਈਕ ਫਲੂਇਡ ਹੁੰਦਾ ਹੈ। ਮਾਈਟੋਕਾਂਡਰੀਆ ਜਿਹਨੂੰ ਆਪਾਂ ਪਾਵਰ ਹਾਊਸ ਵੀ ਕਹਿ ਸਕਦੇ ਹਾਂ। ਮਾਈਟੋਕਾਂਡਰੀਆ ਦਾ ਕੀ ਕੰਮ ਹੈ, ਇਹ ਕੀ ਕਰਦਾ ਹੈ, એનર્ਜੀ ਪ੍ਰੋਡਿਊਸ ਕਰਦਾ ਹੈ ਉਹਨੂੰ ਫੰਕਸ਼ਨ ਕੰਮ ਕਰਨ ਲਈ। ਔਰ ਲਾਈਜ਼ੋਮਸ ਦਾ ਕੰਮ ਹੁੰਦਾ ਹੈ ਕਿ ਇਹ ਚੀਜ਼ਾਂ ਨੂੰ ਸਾਫ਼ ਕਰਦਾ ਹੈ ਔਰ ਫੂਡ ਨੂੰ ਕਹਿ ਲਓ ਤੋੜਨ ਦਾ ਕੰਮ ਕਰਦਾ ਹੈ। ਵੈਕਿਊਲ ਦਾ ਕੰਮ ਇਹ ਕਰਦਾ ਹੈ, ਜਿਸ ਤਰ੍ਹਾਂ ਆਪਾਂ ਬੈਗਸ
ਜਾਂ ਬੋਰੀਆਂ ਜਿਹਨੂੰ ਬੋਲਦੇ ਆ ਉਹਦੇ ਵਿੱਚ ਚੀਜ਼ਾਂ ਸਟੋਰ ਹੁੰਦੀਆਂ ਨੇ। ਐਸੇ ਤਰੀਕੇ ਦੇ ਨਾਲ ਵੈਕਿਊਲ ਕੀ ਕਰਦਾ ਹੈ, ਫੂਡ ਨੂੰ ਸਟੋਰ ਕਰਦਾ ਹੈ, ਵੇਸਟ ਨੂੰ ਸਟੋਰ ਕਰਦਾ ਤੇ ਹੋਰ ਅਦਰ ਮਟੀਰੀਅਲਸ ਨੂੰ ਵੀ ਸਟੋਰ ਕਰਦਾ ਹੈ। ਗੋਲਗੀ ਬੋਡੀਜ਼ ਜਿਹੜੀਆਂ ਨੇ ਤੁਸੀਂ ਨੈਕਸਟ ਕਲਾਸਾਂ 'ਚ ਵੀ ਪੜ੍ਹੋਗੇ, ਇਹ ਗੋਲਡਨ ਪੈਕਰ ਹੈ। ਜਿਸ ਤਰ੍ਹਾਂ ਇਹ ਚੀਜ਼ਾਂ ਨੂੰ ਪੈਕ ਕਰਨ ਦਾ ਕੰਮ ਕਰਦਾ ਹੈ, ਉਸੇ ਤਰੀਕੇ ਕਲੋਰੋਪਲਾਸਟ ਦਾ ਕੰਮ ਹੈ ਕਿ ਇਹ એનર્ਜੀ ਸਨਲਾਈਟ ਤੋਂ ਲੈ ਕੇ ਉਹਦੇ ਲਈ ਕੀ ਬਣਾਉਂਦਾ ਹੈ, ਖਾਣਾ ਬਣਾਉਂਦਾ ਹੈ। ਐਂਡੋਪਲਾਜ਼ਮਿਕ ਰੈਟੀਕੂਲਮ ਇਹ ਜਿਸ ਤਰ੍ਹਾਂ ਇੱਕ ਟਰਾਂਸਪੋਰਟ ਦਾ ਕੰਮ ਕਰਦਾ ਹੈ, ਇੱਕ ਥਾਂ ਤੋਂ ਚੀਜ਼ਾਂ ਨੂੰ ਦੂਜੀ ਥਾਂ ਤੇ ਲਿਜਾਣ ਦਾ ਕੰਮ ਕਰਦਾ ਹੈ। ਰਾਈਬੋਸੋਮਸ ਇਹ ਕੀ ਕਰਦਾ ਹੈ, ਇਹ ਪ੍ਰੋਟੀਨ ਬਣਾਉਣ ਦਾ ਕੰਮ ਕਰਦਾ ਹੈ। ਨਿਊਕਲੀਅਸ ਦੇ ਵਿੱਚ ਕੀ ਹੁੰਦੇ ਆ, DNA which control the function of cell। ਇਹ ਸਾਡੇ ਜਿਸ ਤਰ੍ਹਾਂ ਦਿਮਾਗ ਕੰਮ ਕਰਦਾ ਹੈ, ਕੰਟਰੋਲ ਕਰਦਾ ਹੈ ਸਾਰਾ ਕੋਲਡ ਜਿਹੜਾ ਸਾਡੇ ਦਿਮਾਗ ਦੇ ਵਿੱਚ ਹੁੰਦਾ ਹੈ, ਉਸੇ ਤਰੀਕੇ ਦੇ ਨਾਲ ਨਿਊਕਲੀਅਸ ਵੀ ਨੂੰ ਕੰਟਰੋਲ ਕਰਦਾ ਹੈ। ਨਿਊਕਲੀਅਸ ਫਾਊਂਡ ਇਨਸਾਈਡ ਨਿਊਕਲੀਅਸ ਐਂਡ ਪ੍ਰੋਡਿਊਸਸ ਰਾਈਬੋਸੋਮ, ਜਿਹਨੂੰ I am in control of the number of ribs। ਜਿਸ ਤਰ੍ਹਾਂ ਤੁਹਾਡੇ ਅੰਦਰ ਰਿਬਸ ਨੇ, ਉਸੇ ਤਰੀਕੇ ਦੇ ਨਾਲ ਇਹ ਨਿਊਕਲੀਅਸ ਹੈ। ਹੁਣ ਆਪਾਂ ਪੜਾਂਗੇ ਡਿਫਰੈਂਸ ਕੀ ਹੈ ਪਲਾਂਟ ਤੇ ਐਨੀਮਲ ਸੈਲ ਦਾ ਪੜ ਚੁੱਕੇ ਹਾਂ। ਜਿਸ ਤਰ੍ਹਾਂ ਸੈਲ ਵਾਲ ਐਬਸੈਂਟ ਹੈ ਪਰ ਪਲਾਂਟ ਸੈਲ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ। ਸ਼ੇਪ ਜਿਹੜੀ ਹੈ ਇਹਨਾਂ ਦੀ ਰਾਉਂਡ ਜਾਂ ਇਰੈਗੂਲਰ ਹੁੰਦੀ ਹੈ, ਇਹਨਾਂ ਦੀ ਫਿਕਸ ਸ਼ੇਪ ਰੈਕਟੈਂਗੂਲਰ ਸ਼ੇਪ ਹੁੰਦੀ ਹੈ। ਜਿਸ ਤਰ੍ਹਾਂ ਕਿ ਤੁਸੀਂ ਬ੍ਰਿਕ ਦੀ ਦੇਖੀ ਹੈ, ਅਨੀਅਨ ਪੀਲ ਦੀ। ਵੈਕਿਊਲ ਇਹਨਾਂ ਵਿੱਚ ਇੱਕ ਤੋਂ ਜ਼ਿਆਦਾ ਵੈਕਿਊਲਸ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਇੱਕੋ ਹੀ ਪਲਾਂਟ ਸੈਲ ਦੇ ਵਿੱਚ ਤੁਸੀਂ ਦੇਖਿਆ ਇੱਕ ਵੱਡਾ ਹੀ ਵੈਕਿਊਲ ਹੁੰਦਾ ਹੈ। ਔਰ ਸੈਂਟਰੋਲ ਇਹ ਐਨੀਮਲ ਸੈਲ 'ਚ ਪ੍ਰੈਜ਼ੈਂਟ ਹੁੰਦੇ ਨੇ, ਇਹ ਲੋਅਰ ਹੁੰਦੇ ਨੇ। ਕਲੋਰੋਪਲਾਸਟ ਐਨੀਮਲ ਸੈਲ ਕੋਲੋਂ ਕਲੋਰੋਪਲਾਸਟ ਨਹੀਂ ਹੁੰਦੇ। ਪਲਾਂਟ ਸੈਲ ਆਪਣਾ ਖਾਣਾ ਕਲੋਰੋਪਲਾਸਟ ਦੀ ਹੈਲਪ ਦੇ ਨਾਲ ਹੀ ਬਣਾਉਂਦੇ ਨੇ। ਪਲਾਸਟਿਡ ਜਿਹਨਾਂ 'ਚ ਐਬਸੈਂਟ ਹੁੰਦੇ ਨੇ, ਇਹਨਾਂ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਪਲਾਜ਼ਮਾ ਮੈਮਬ੍ਰੇਨ ਸਿਰਫ ਓਨਲੀ ਸੈਲ ਮੈਮਬ੍ਰੇਨ ਹੁੰਦੀ ਹੈ, ਲੇਕਿਨ ਐਨੀਮਲ ਪਲਾਂਟ ਸੈਲ ਦੇ ਵਿੱਚ ਸੈਲ ਵਾਲ ਵੀ ਹੁੰਦੀ ਹੈ ਔਰ ਸੈਲ ਮੈਮਬ੍ਰੇਨ ਵੀ ਹੁੰਦੀ ਹੈ। ਲਾਈਜ਼ੋਮਸ ਅਕਰ ਇਨ ਸਾਈਟੋਪਲਾਜ਼ਮ। ਲਾਈਜ਼ੋਮ ਯੂਜ਼ਲੀ ਨਾਟ ਐਵੀਡੈਂਟ। ਸਿਲੀਆ ਇਹਨਾਂ 'ਚ ਪ੍ਰੈਜ਼ੈਂਟ ਹੈ, ਇਟ ਇਜ਼ ਵੈਰੀ ਰੇਅਰ। ਜੇ ਆਪਾਂ ਕੁਐਸਚਨ ਕਰ ਲੈਂਦੇ ਹੁਣ ਟਰੂ ਫਾਲਸ। ਯੂਨੀਸੈਲਰ ਆਰਗੇਨਿਜ਼ਮ ਹੈ ਵਨ ਸੈਲ ਬੋਡੀ। ਯੂਨੀਸੈਲਰ ਦੀ ਇੱਕ ਸੈਲੀ ਬੋਡੀ ਹੁੰਦੀ ਹੈ, ਤਾਂ ਇਹਦਾ ਆਨਸਰ ਹੈ ਟਰੂ। ਮਸਲ ਸੈਲ ਆਰ ਬ੍ਰਾਂਚਡ, false। The basic living unit of organism is an organ, false। The basic living unit ਕਿਹੜੀ organism ਦੀ, cell। amoeba has irregular shape, true। ਆਪਾਂ ਇੱਕ ਡਾਇਗਰਾਮ ਬਣਾਉਣਾ ਹੈ ਜਿਹੜਾ ਹਿਊਮਨ ਨਰਵ ਸੈਲ ਦਾ, ਔਰ ਇਹ ਕੀ ਫੰਕਸ਼ਨ ਕਰਦਾ ਹੈ, ਮੈਂ ਦੱਸਿਆ ਸੀਗਾ ਕਿ ਇਹ ਕੀ ਕਰਦਾ ਹੈ, ਮੈਸੇਜ ਪਹੁੰਚਾਉਣ ਦਾ ਕੰਮ ਕਰਦਾ ਹੈ ਬ੍ਰੇਨ ਨੂੰ। ਨੈਕਸਟ ਹੈ ਸਾਈਟੋਪਲਾਜ਼ਮ। ਮੈਂ ਦੱਸਿਆ ਕਿ ਫਲੂਇਡ ਹੁੰਦਾ ਹੈ ਜਿਹੜਾ ਕਿ ਕਿੱਥੇ ਹੁੰਦਾ ਹੈ, ਪਲਾਜ਼ਮਾ ਮੈਮਬ੍ਰੇਨ ਔਰ ਨਿਊਕਲੀਅਸ ਦੇ ਵਿਚਕਾਰ, ਔਰ ਇਹਦੇ ਕੋਲ ਪਾਰਟ ਹੁੰਦੇ ਨੇ ਜਿਨ੍ਹਾਂ ਦਾ ਨਾਮ ਹੈ ਮਾਈਟੋਕਾਂਡਰੀਆ, ਰਾਈਬੋਸੋਮ ਔਰ ਗੋਲਜੀ ਬੋਡੀਜ਼। ਔਰ ਇਹ ਐਕਸਚੇਂਜ ਮਟੀਰੀਅਲ ਦਾ ਕੰਮ ਕਰਦਾ ਹੈ। ਨੈਕਸਟ ਹੈ ਨਿਊਕਲੀਅਸ ਆਫ ਸੈਲ ਦਾ ਦੱਸਿਆ ਸੀਗਾ ਕਿ ਸੈਂਟਰ ਜਿਹੜਾ ਪ੍ਰੈਜ਼ੈਂਟ ਹੁੰਦਾ ਨਿਊਕਲੀਅਸ, ਔਰ ਇਹ ਕੀ ਕਰਦਾ ਹੈ, ਸਾਰੇ ਫੰਕਸ਼ਨਸ ਨੂੰ ਕੰਟਰੋਲ ਕਰਦਾ ਹੈ। Which part of the cell contains organelles? ਕਿਹੜੇ ਪਾਰਟਸ ਦੇ ਕੋਲ organelles ਹੁੰਦੀਆਂ ਨੇ, ਕੀ ਦੱਸਿਆ ਸੀਗਾ, ਸਾਈਟੋਪਲਾਜ਼ਮ ਦੇ ਕੋਲ। ਕ੍ਰੋਮੋਸੋਮ ਜਿਹੜੇ ਨੇ ਕਿੱਥੇ ਮਿਲਦੇ ਨੇ ਸੈਲ ਦੇ ਵਿੱਚ, ਕ੍ਰੋਮੋਸੋਮ ਬੱਚੋ ਨਿਊਕਲੀਅਸ ਦੇ ਅੰਦਰ ਮਿਲਦੇ ਨੇ। ਥ੍ਰੈਡ ਲਾਈਕ ਸਟਰਕਚਰਸ ਹੁੰਦੇ ਨੇ ਔਰ ਇਹਨਾਂ ਦਾ ਜਿਹੜਾ ਕੰਮ ਹੁੰਦਾ ਕਿ ਜੀਨਸ ਦੇ ਵਿੱਚ ਕਰੈਕਟਰ ਜਿਹੜੇ ਨੇ ਉਹ ਪੇਰੈਂਟ ਤੋਂ ਆਫਸਪ੍ਰਿੰਗ ਬੱਚਿਆਂ ਤੱਕ ਜਾਂਦੇ ਨੇ। ਸੈਲ ਆਰ ਬੇਸਿਕ ਸਟਰਕਚਰ ਯੂਨਿਟ ਆਫ ਲਿਵਿੰਗ ਆਰਗੇਨਿਜ਼ਮ। ਐਕਸਪਲੇਨ। ਸੈਲ ਦੇ ਬਾਰੇ ਮੈਂ ਦੱਸਿਆ ਕਿ ਸੈਲ ਜਿਹੜਾ ਸਮਾਲਰ ਯੂਨਿਟ ਹੈ ਲਾਈਫ ਦਾ, ਔਰ ਇਹ ਬਿਲਡਿੰਗ ਬਲੌਕਸ ਵੀ ਹੈ ਲਾਈਫ ਦਾ, ਔਰ ਇਹ ਸਾਨੂੰ ਬੜੇ ਹੀ ਡਿਫਰੈਂਟ ਸ਼ੇਪ ਦੇ ਵਿੱਚ ਔਰ ਸਾਈਜ਼ 'ਚ ਮਿਲਦੇ ਨੇ, ਔਰ ਇਹਨਾਂ ਦੇ ਅਲੱਗ-ਅਲੱਗ ਫੰਕਸ਼ਨ ਵੀ ਹੈ। ਹੋਪ ਬੱਚਿਓ ਤੁਹਾਨੂੰ ਇਹ ਚੈਪਟਰ ਜਿਹੜਾ ਹੈ ਸਮਝ ਆ ਗਿਆ ਹੋਵੇਗਾ। ਥੈਂਕ ਯੂ।